ਬੱਚਿਓ, ਕੀ ਤੁਸੀਂ ਸਕਰੀਨ ਤੇ ਆ ਰਹੇ ਵਿਅਕਤੀ ਨੂੰ ਪਛਾਣਦੇ ਹੋ? ਜੀ ਹਾਂ, ਇਹ ਨੇ ਮਹਾਨ ਵਿਗਿਆਨੀ ਥਾਮਸ ਐਡੀਸਨ। ਕੀ ਤੁਸੀਂ ਜਾਣਦੇ ਹੋ ਕਿ ਇਹ ਕਿਸ ਲਈ ਜਾਣੇ ਜਾਂਦੇ ਹਨ? ਸੰਨ 1879 ਵਿੱਚ ਇਹਨਾਂ ਨੇ ਬਿਜਲਈ ਬੱਲਬ ਦੀ ਖੋਜ ਕੀਤੀ ਸੀ। ਇਹਨਾਂ ਕਰਕੇ ਹੀ ਸਾਡੇ ਘਰਾਂ ਵਿੱਚ ਸੂਰਜ ਛਿਪਣ ਤੋਂ ਬਾਅਦ ਵੀ ਚਾਨਣ ਰਹਿੰਦਾ ਹੈ। ਬੱਲਬ ਤੋਂ ਇਲਾਵਾ AC, LED, ਗੀਜ਼ਰ, ਪੱਖਾ ਆਦਿ ਵੀ ਬਿਜਲੀ ਤੇ ਚੱਲਦੇ ਹਨ। ਲੇਜ਼ਰ ਲਾਈਟ ਅਤੇ ਫਲੈਸ਼ ਲਾਈਟ ਨੂੰ ਚੱਲਣ ਲਈ ਵੀ ਬਿਜਲੀ ਦੀ ਜ਼ਰੂਰਤ ਹੁੰਦੀ ਹੈ। ਪਰ ਬੱਚਿਓ, ਇਹ ਬਿਜਲੀ ਹੈ ਕੀ? ਅਸੀਂ ਬਿਜਲੀ ਦੇ ਦੋ ਰੂਪਾਂ ਤੋਂ ਜਾਣੇ ਹਾਂ, ਸਟੈਟਿਕ ਇਲੈਕਟ੍ਰਿਸਿਟੀ ਯਾਨੀ ਕਿ ਸਥਿਰ ਬਿਜਲੀ ਅਤੇ ਡਾਇਨਾਮਿਕ ਇਲੈਕਟ੍ਰਿਸਿਟੀ ਗਤੀਸ਼ੀਲ ਬਿਜਲੀ। ਅਸੀਂ ਗਤੀਮਾਨ ਬਿਜਲੀ ਬਾਰੇ ਹੀ ਪੜਾਂਗੇ। ਆਪਾਂ ਜਾਣਦੇ ਹਾਂ ਕਿ ਚਾਰਜ ਦੋ ਪ੍ਰਕਾਰ ਦੇ ਹੁੰਦੇ ਹਨ, ਧਨ ਚਾਰਜ ਅਤੇ ਰਿਣ ਚਾਰਜ। ਜੇ ਅਸੀਂ ਥੋੜਾ ਜਿਹਾ ਚੁੰਬਕ ਬਾਰੇ ਸੋਚੀਏ, ਸਾਨੂੰ ਪਤਾ ਹੈ ਕਿ ਚੁੰਬਕ ਦੇ ਦੋ ਧਰੁਵ ਹੁੰਦੇ ਹਨ, ਉੱਤਰ ਧਰੁਵ ਅਤੇ ਦੱਖਣ ਧਰੁਵ। ਇੱਕੋ ਜਿਹੇ ਧਰੁਵ ਭਾਵ ਉੱਤਰ ਜਾਂ ਦੱਖਣ ਇੱਕ ਦੂਜੇ ਨੂੰ ਅਪਕਰਸ਼ਿਤ ਕਰਦੇ ਹਨ ਅਤੇ ਅਲੱਗ-ਅਲੱਗ ਧਰੁਵ ਭਾਵ ਉੱਤਰ ਦੱਖਣ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ। ਇਸੇ ਤਰ੍ਹਾਂ ਹੀ ਬੱਚਿਓ, ਇੱਕੋ ਜਿਹੇ ਚਾਰਜ ਭਾਵ ਧਨ ਜਾਂ ਰਿਣ ਇਹ ਵੀ ਇੱਕ ਦੂਜੇ ਨੂੰ ਅਪਕਰਸ਼ਿਤ ਕਰਦੇ ਹਨ, ਪਰੰਤੂ ਧਨ ਅਤੇ ਰਿਣ ਚਾਰਜ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ। ਪਰ ਇਹ ਬਿਜਲਈ ਚਾਰਜ ਕਿੰਨਾਂ ਕਣਾਂ ਵਿੱਚ ਮੌਜੂਦ ਹਨ? ਇਹ ਚਾਰਜ ਬਹੁਤ ਹੀ ਘੱਟ ਪੁੰਜ ਵਾਲੇ ਅਤੇ ਬਹੁਤ ਛੋਟੇ ਆਕਾਰ ਵਾਲੇ ਅਪਰਮਾਣਕ ਕਣਾਂ ਪ੍ਰੋਟੋਨ ਅਤੇ ਇਲੈਕਟ੍ਰੋਨ ਵਿੱਚ ਹੁੰਦੇ ਹਨ। ਧਨ ਚਾਰਜ ਪ੍ਰੋਟੋਨ ਅਤੇ ਰਿਣ ਚਾਰਜ ਇਲੈਕਟ੍ਰੋਨ ਵਿੱਚ ਮੌਜੂਦ ਹਨ। ਸਾਡੇ ਆਸੇ-ਪਾਸੇ ਸਾਰੇ ਪਦਾਰਥਾਂ ਵਿੱਚ ਲੱਖਾਂ ਕਰੋੜਾਂ ਪ੍ਰੋਟੋਨ ਅਤੇ ਇਲੈਕਟ੍ਰੋਨ ਮੌਜੂਦ ਹਨ। ਕਈ ਪਦਾਰਥ ਜਿਵੇਂ ਕਿ ਧਾਤਾਂ ਵਿੱਚ ਇਲੈਕਟ੍ਰੋਨ ਆਜ਼ਾਦ ਘੁੰਮਦੇ ਹਨ, ਪਰ ਅਧਾਤਾਂ ਵਿੱਚ ਇਲੈਕਟ੍ਰੋਨ ਇੱਕ ਤਰ੍ਹਾਂ ਸਥਿਰ ਹੁੰਦੇ ਹਨ, ਜਿਸ ਕਰਕੇ ਇਹ ਅਧਾਤਾਂ ਵਿੱਚ ਨਹੀਂ ਘੁੰਮਦੇ। ਸਾਡੇ ਘਰਾਂ ਵਿੱਚ ਮੌਜੂਦ ਕੋਈ ਵੀ ਬਿਜਲਈ ਉਪਕਰਣ ਜਿਵੇਂ ਕਿ ਟਿਊਬ ਵਿੱਚ ਇਲੈਕਟ੍ਰੋਨ ਕਿਸੇ ਤਾਰ ਵਿੱਚੋਂ ਕਿਸੇ ਨਿਰਧਾਰਿਤ ਦਿਸ਼ਾ ਵੱਲ ਗਤੀ ਕਰਦੇ ਹਨ। ਇਸ ਲਈ ਕਿਸੇ ਤਾਰ ਵਿੱਚ ਰਿਣ ਚਾਰਜ ਭਾਵ ਇਲੈਕਟ੍ਰੋਨ ਦੇ ਇੱਕ ਦਿਸ਼ਾ ਵਿੱਚ ਬਹਿਣ ਨੂੰ ਬਿਜਲਈ ਧਾਰਾ ਕਿਹਾ ਜਾਂਦਾ ਹੈ। ਜਿਸ ਸਮੇਂ ਬਿਜਲੀ ਦੀ ਘਟਨਾ ਦਾ ਸਭ ਤੋਂ ਪਹਿਲਾਂ ਪਰੀਖਣ ਕੀਤਾ ਗਿਆ ਸੀ, ਉਦੋਂ ਇਲੈਕਟ੍ਰੋਨਾਂ ਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਸੀ। ਇਸ ਲਈ ਬਿਜਲੀ ਤਾਰਾਂ ਨੂੰ ਧਨ ਚਾਰਜਾਂ ਦਾ ਵਹਿਣ ਮੰਨਿਆ ਗਿਆ ਅਤੇ ਧਨ ਚਾਰਜਾਂ ਦੀ ਪ੍ਰਵਾਹ ਦੀ ਦਿਸ਼ਾ ਨੂੰ ਹੀ ਬਿਜਲਈ ਤਾਰਾ ਦੀ ਦਿਸ਼ਾ ਮੰਨਿਆ ਗਿਆ। ਪਰੰਪਰਾ ਅਨੁਸਾਰ ਕਿਸੇ ਬਿਜਲਈ ਸਰਕਟ ਵਿੱਚ ਇਲੈਕਟ੍ਰੋਨ ਜੋ ਰਿਣ ਚਾਰਜ ਹਨ ਦੇ ਪ੍ਰਵਾਹ ਦੀ ਦਿਸ਼ਾ ਦੇ ਉਲਟ ਦਿਸ਼ਾ ਨੂੰ ਹੀ ਬਿਜਲੀ ਦੀ ਧਾਰਾ ਦਾ ਦਿਸ਼ਾ ਮੰਨਿਆ ਜਾਂਦਾ ਹੈ। ਜੇਕਰ ਕਿਸੇ ਚਾਲਕ ਦੀ ਕਿਸੇ ਵੀ ਪਰਖੇਤਰ ਕਾਟ ਵਿੱਚੋਂ ਸਮੇਂ t ਲਈ ਚਾਰਜ Q ਪ੍ਰਵਾਹਿਤ ਹੁੰਦਾ ਹੈ, ਤਾਂ ਉਸ ਪਰਿਖੇਤਰ ਕਾਟ ਤੋਂ ਪ੍ਰਵਾਹਿਤ ਬਿਜਲੀ ਧਾਰਾ I ਨੂੰ ਇਸ ਪ੍ਰਕਾਰ ਦਰਸਾਇਆ ਜਾਂਦਾ ਹੈ, I ਬਰਾਬਰ Q/T। ਬਿਜਲਈ ਚਾਰਜ ਦੀ SI ਇਕਾਈ ਕੂਲੰਬ ਹੈ, ਜੋ ਇੱਕ ਇਲੈਕਟ੍ਰੋਨ ਉੱਤੇ 1.6 ਗੁਣਾ 10 ਦੀ ਪਾਵਰ -19 ਕੂਲੰਬ ਚਾਰਜ ਹੁੰਦਾ ਹੈ। ਬਿਜਲਈ ਤਾਰਾਂ ਨੂੰ ਇਕਾਈ ਐਂਪੀਅਰ ਵਿੱਚ ਵਿਅਕਤ ਕੀਤਾ ਜਾਂਦਾ ਹੈ। ਇਸ ਇਕਾਈ ਦਾ ਨਾਮ
ਆਂਦਰੇ ਮੈਰੀ ਐਂਪੀਅਰ ਨਾਂ ਦੇ ਫਰਾਂਸੀਸੀ ਵਿਗਿਆਨੀ ਦੇ ਨਾਂ ਤੇ ਰੱਖਿਆ ਗਿਆ। 1 ਐਂਪੀਅਰ ਬਿਜਲੀ ਧਾਰਾ ਦੀ ਰਚਨਾ ਪ੍ਰਤੀ ਸੈਕਿੰਡ 1 ਕੂਲੰਬ ਚਾਰਜ ਦੇ ਪ੍ਰਵਾਹ ਨਾਲ ਹੁੰਦੀ ਹੈ। ਇੱਕ ਸਰਕਟ ਵਿੱਚ ਬਿਜਲੀ ਦੀ ਧਾਰਾ ਮਾਪਣ ਲਈ ਐਮੀਟਰ ਨਾਮੀ ਯੰਤਰ ਵਰਤਿਆ ਜਾਂਦਾ ਹੈ। ਇਸ ਨੂੰ ਸਦਾ ਜਿਸ ਸਰਕਟ ਵਿੱਚ ਬਿਜਲਈ ਧਾਰਾ ਮਾਪਣੀ ਹੁੰਦੀ ਹੈ ਉਸ ਦੀ ਲੜੀ ਵਿੱਚ ਲਗਾਇਆ ਜਾਂਦਾ ਹੈ। ਇਹ ਚਿੱਤਰ ਵੇਖੋ ਜਿਸ ਵਿੱਚ ਸੈੱਲ, ਬਿਜਲੀ ਦਾ ਬੱਲਬ, ਐਮੀਟਰ ਅਤੇ ਪਲੱਗ ਚਾਬੀ ਜੁੜੇ ਹੋਏ ਹਨ। ਸਰਕਟ ਵਿੱਚ ਬਿਜਲਈ ਧਾਰਾ ਸੈੱਲ ਦੇ ਧਨ ਟਰਮੀਨਲ ਤੋਂ ਸੈੱਲ ਦੇ ਰਿਣ ਟਰਮੀਨਲ ਤੱਕ ਬੱਲਬ ਅਤੇ ਐਮੀਟਰ ਵਿੱਚੋਂ ਹੋ ਕੇ ਪ੍ਰਵਾਹਿਤ ਹੁੰਦੀ ਹੈ। ਬੱਚਿਓ, ਉਹ ਕੀ ਹੈ ਜੋ ਬਿਜਲਈ ਚਾਰਜ ਨੂੰ ਪ੍ਰਵਾਹਿਤ ਕਰਦਾ ਹੈ? ਆਓ ਪਾਣੀ ਦੇ ਪ੍ਰਵਾਹ ਦੇ ਆਧਾਰ ਉੱਤੇ ਇਸ ਤੇ ਵਿਚਾਰ ਕਰੀਏ। ਮੰਨ ਲਓ ਸਾਡੇ ਕੋਲ 2 ਬੀਕਰ ਇੱਕੋ ਮਾਤਰਾ ਵਿੱਚ ਪਾਣੀ ਨਾਲ ਭਰੇ ਹੋਏ ਹਨ ਅਤੇ ਇਹ ਦੋਨੋਂ ਬੀਕਰ ਇੱਕ ਪਾਈਪ ਦੀ ਸਹਾਇਤਾ ਨਾਲ ਜੁੜੇ ਹੋਏ ਹਨ। ਜੇ ਅਸੀਂ ਇਹਨਾਂ ਬੀਕਰਾਂ ਦਾ ਕੁਝ ਸਮੇਂ ਤੱਕ ਪ੍ਰੇਖਣ ਕਰੀਏ ਤਾਂ ਅਸੀਂ ਵੇਖਾਂਗੇ ਕਿ ਦੋਨਾਂ ਬੀਕਰਾਂ ਵਿੱਚੋਂ ਪਾਣੀ ਦਾ ਪ੍ਰਵਾਹ ਨਹੀਂ ਹੋ ਰਿਹਾ, ਕਿਉਂਕਿ ਇਹਨਾਂ ਬੀਕਰਾਂ ਵਿੱਚ ਪਾਣੀ ਦੀ ਇੱਕ ਸਮਾਨ ਮਾਤਰਾ ਮੌਜੂਦ ਹੈ। ਪਰ ਬੱਚਿਓ, ਸੋਚੋ ਅਸੀਂ ਇਹਨਾਂ ਵਿੱਚ ਪਾਣੀ ਦਾ ਪ੍ਰਵਾਹ ਕਿਵੇਂ ਕਰਾਂਗੇ? ਜੇਕਰ ਅਸੀਂ ਦੂਜੇ ਬੀਕਰ ਦੀ ਉਚਾਈ ਵਧਾ ਦੇਈਏ ਤਾਂ ਪਾਣੀ ਬੀਕਰ 2 ਵਿੱਚੋਂ ਬੀਕਰ 1 ਵੱਲ ਪ੍ਰਵਾਹਿਤ ਹੋਣਾ ਸ਼ੁਰੂ ਹੋ ਜਾਵੇਗਾ, ਕਿਉਂਕਿ ਉਚਾਈ ਵਧਣ ਨਾਲ ਪਾਈਪ ਦੇ ਦੋਨਾਂ ਸਿਰਿਆਂ ਵਿਚਕਾਰ ਦਬਾਅ ਅੰਤਰ ਸਥਾਪਿਤ ਹੋ ਗਿਆ। ਇਸ ਤਰ੍ਹਾਂ ਕਿਸੇ ਤਾਰ ਵਿੱਚੋਂ ਚਾਰਜਾਂ ਦੇ ਪ੍ਰਵਾਹ ਲਈ ਕਿਸੇ ਕਾਰਕ ਦੀ ਜ਼ਰੂਰਤ ਹੋਵੇਗੀ। ਉਹ ਕਾਰਕ ਕੀ ਹੈ? ਆਓ ਜਾਣੀਏ। ਕਿਸੇ ਧਾਤਵੀ ਤਾਰ ਚਾਲਕ ਵਿੱਚ ਚਾਰਜਾਂ ਦੇ ਪ੍ਰਵਾਹ ਲਈ ਅਸਲ ਵਿੱਚ ਗੁਰੂਤਾ ਬਲ ਦੀ ਕੋਈ ਭੂਮਿਕਾ ਨਹੀਂ ਹੈ। ਇਲੈਕਟ੍ਰੋਨ ਕੇਵਲ ਤਾਂ ਹੀ ਗਤੀ ਕਰਦੇ ਹਨ ਜਦੋਂ ਚਾਲਕ ਵਿੱਚ ਬਿਜਲਈ ਦਬਾਅ ਦਾ ਅੰਤਰ ਹੁੰਦਾ ਹੈ, ਜਿਸ ਨੂੰ ਪੋਟੈਂਸ਼ੀਅਲ ਅੰਤਰ ਕਿਹਾ ਜਾਂਦਾ ਹੈ। ਸਰਕਟ ਵਿੱਚ ਇਹ ਪੋਟੈਂਸ਼ੀਅਲ ਅੰਤਰ ਇੱਕ ਜਾਂ ਵੱਧ ਬਿਜਲਈ ਸੈੱਲਾਂ ਤੋਂ ਬਣੀ ਬੈਟਰੀ ਦੁਆਰਾ ਉਤਪੰਨ ਕੀਤਾ ਜਾ ਸਕਦਾ ਹੈ। ਕਿਸੇ ਸੈੱਲ ਅੰਦਰ ਹੋਣ ਵਾਲੀ ਰਸਾਇਣਿਕ ਕਿਰਿਆ ਸੈੱਲ ਦੇ ਟਰਮੀਨਲ ਦੇ ਵਿੱਚ ਪੋਟੈਂਸ਼ੀਅਲ ਅੰਤਰ ਉਤਪੰਨ ਕਰ ਦਿੰਦੀ ਹੈ। ਅਜਿਹਾ ਉਸ ਸਮੇਂ ਵੀ ਹੁੰਦਾ ਹੈ ਜਦੋਂ ਸੈੱਲ ਤੋਂ ਕੋਈ ਬਿਜਲਈ ਧਾਰਾ ਨਹੀਂ ਲਈ ਜਾ ਰਹੀ ਹੁੰਦੀ। ਜਦੋਂ ਸੈੱਲ ਨੂੰ ਕਿਸੇ ਚਾਲਕ ਸਰਕਟ ਨਾਲ ਜੋੜਿਆ ਜਾਂਦਾ ਹੈ ਤਾਂ ਪੋਟੈਂਸ਼ੀਅਲ ਅੰਤਰ ਉਸ ਚਾਲਕ ਦੇ ਚਾਰਜਾਂ ਵਿੱਚ ਗਤੀ ਲਿਆ ਦਿੰਦਾ ਹੈ ਅਤੇ ਬਿਜਲਈ ਧਾਰਾ ਉਤਪੰਨ ਹੋ ਜਾਂਦੀ ਹੈ। ਕਿਸੇ ਬਿਜਲਈ ਸਰਕਟ ਵਿੱਚ ਬਿਜਲੀ ਦੀ ਧਾਰਾ ਬਣਾਈ ਰੱਖਣ ਲਈ ਸੈੱਲ ਆਪਣੀ ਸਟੋਰ ਕੀਤੀ ਹੋਈ ਰਸਾਇਣਿਕ ਊਰਜਾ ਖਰਚ ਕਰਦਾ ਹੈ। ਕੁਝ ਕਰੰਟ ਲੈ ਜਾ ਰਹੇ ਬਿਜਲਈ ਸਰਕਟ ਦੇ 2 ਬਿੰਦੂਆਂ ਵਿਚਕਾਰ ਪੋਟੈਂਸ਼ੀਅਲ ਅੰਤਰ ਨੂੰ ਅਸੀਂ ਉਸ ਕਾਰਜ ਦੁਆਰਾ ਪਰਿਭਾਸ਼ਿਤ ਕਰਦੇ ਹਾਂ ਜੋ ਇਕਾਈ ਚਾਰਜ ਨੂੰ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਲਿਆਉਣ ਲਈ ਕੀਤਾ ਜਾਂਦਾ ਹੈ। 2 ਬਿੰਦੂਆਂ ਵਿਚਕਾਰ ਪੋਟੈਂਸ਼ੀਅਲ ਅੰਤਰ V ਬਰਾਬਰ ਹੈ ਕੀਤਾ ਗਿਆ ਕੰਮ W ਬਟਾ ਚਾਰਜ Q, ਭਾਵ V ਬਰਾਬਰ W ਅਪੋਨ Q। ਬਿਜਲਈ ਅੰਤਰ ਦੀ SI ਇਕਾਈ ਵੋਲਟ ਹੈ
ਜਿਸ ਦਾ ਨਾਂ ਇਟਲੀ ਦੇ ਭੌਤਿਕ ਵਿਗਿਆਨੀ ਅਲੈਜੈਂਡਰੋ ਵੋਲਟਾ ਦੇ ਨਾਂ ਤੇ ਰੱਖਿਆ ਗਿਆ। ਜੇਕਰ ਕਿਸੇ ਬਿਜਲਈ ਧਾਰਾ ਲੈ ਜਾ ਰਹੇ ਚਾਲਕ ਦੇ ਦੋ ਬਿੰਦੂਆਂ ਵਿਚਕਾਰ ਇੱਕ ਕੂਲੰਬ ਚਾਰਜ ਨੂੰ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਲੈ ਜਾਣ ਲਈ 1 ਜੂਲ ਕਾਰਜ ਕੀਤਾ ਜਾਂਦਾ ਹੈ ਤਾਂ ਉਹਨਾਂ ਦੋ ਬਿੰਦੂਆਂ ਦੇ ਵਿੱਚ ਪੋਟੈਂਸ਼ੀਅਲ ਅੰਤਰ 1 ਵੋਲਟ ਹੁੰਦਾ ਹੈ। ਪੋਟੈਂਸ਼ੀਅਲ ਅੰਤਰ ਦਾ ਮਾਪ ਇੱਕ ਯੰਤਰ ਦੁਆਰਾ ਕੀਤਾ ਜਾਂਦਾ ਹੈ ਜਿਸ ਨੂੰ ਵੋਲਟਮੀਟਰ ਕਹਿੰਦੇ ਹਨ। ਵੋਲਟਮੀਟਰ ਨੂੰ ਸਦਾ ਉਹਨਾਂ ਬਿੰਦੂਆਂ ਦੇ ਸਮਾਂਤਰ ਲਗਾਇਆ ਜਾਂਦਾ ਹੈ ਜਿਨ੍ਹਾਂ ਬਿੰਦੂਆਂ ਵਿਚਕਾਰ ਪੋਟੈਂਸ਼ੀਅਲ ਅੰਤਰ ਮਾਪਣਾ ਹੁੰਦਾ ਹੈ। ਬੱਚਿਓ, ਜਿਸ ਤਰ੍ਹਾਂ ਅਸੀਂ ਜਾਣ ਚੁੱਕੇ ਹਾਂ ਕਿ ਇੱਕ ਸਮਾਨ ਮਾਤਰਾ ਵਿੱਚ ਮੌਜੂਦ ਪਾਣੀ ਵਾਲੇ ਦੋ ਬੀਕਰਾਂ ਵਿੱਚੋਂ ਪਾਣੀ ਦਾ ਪ੍ਰਵਾਹ ਉਦੋਂ ਹੀ ਹੋ ਸਕਦਾ ਹੈ ਜਦੋਂ ਉਹਨਾਂ ਵਿਚਕਾਰ ਕੁਝ ਉਚਾਈ ਜਾਂ ਦਬਾਅ ਅੰਤਰ ਰੱਖਿਆ ਜਾਵੇ। ਜਿਵੇਂ-ਜਿਵੇਂ ਹੀ ਅਸੀਂ ਇੱਕ ਬੀਕਰ ਦੀ ਉਚਾਈ ਵਧਾਉਂਦੇ ਜਾਵਾਂਗੇ ਉਵੇਂ-ਉਵੇਂ ਹੀ ਪਾਣੀ ਦਾ ਪ੍ਰਵਾਹ ਵੀ ਵੱਧਦਾ ਜਾਵੇਗਾ। ਭਾਵ ਪਾਣੀ ਦਾ ਪ੍ਰਵਾਹ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਉਚਾਈ। ਬੱਚਿਓ, ਹੁਣ ਜੇ ਅਸੀਂ ਦੋ ਬੀਕਰਾਂ ਨੂੰ ਜੋੜਨ ਵਾਲੀ ਪਾਈਪ ਦੀ ਮੋਟਾਈ ਘਟਾ ਦਈਏ ਤਾਂ ਫਿਰ ਕੀ ਹੋਵੇਗਾ? ਮੋਟਾਈ ਘਟਾਉਣ ਤੇ ਪਾਣੀ ਦਾ ਪ੍ਰਵਾਹ ਘੱਟ ਹੋ ਜਾਵੇਗਾ। ਮਤਲਬ ਪਾਣੀ ਦਾ ਪ੍ਰਵਾਹ ਇਨਵਰਸਲੀ ਪ੍ਰੋਪੋਰਸ਼ਨਲ ਟੂ ਪਾਈਪ ਦੀ ਮੋਟਾਈ। ਇਹਨਾਂ ਸੰਬੰਧਾਂ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਪਾਣੀ ਦਾ ਪ੍ਰਵਾਹ ਕਿਸੇ ਵਸਤੂ ਦੀ ਉਚਾਈ ਦੇ ਸਿੱਧਾ ਅਨੁਪਾਤੀ ਅਤੇ ਮੋਟਾਈ ਦੇ ਉਲਟ ਅਨੁਪਾਤੀ ਹੁੰਦਾ ਹੈ। ਇਸੇ ਤਰ੍ਹਾਂ ਇਸ ਉਦਾਹਰਣ ਨਾਲ ਅਸੀਂ ਓਹਮ ਦੇ ਨਿਯਮ ਨੂੰ ਬੜੀ ਆਸਾਨੀ ਨਾਲ ਸਮਝ ਸਕਦੇ ਹਾਂ। ਪਾਣੀ ਦੇ ਪ੍ਰਵਾਹ ਦਾ ਸੰਬੰਧ ਬਿਜਲਈ ਧਾਰਾ ਦੇ ਨਾਲ ਕਹਿ ਲਈਏ। ਉਚਾਈ ਦਾ ਸੰਬੰਧ ਪੋਟੈਂਸ਼ੀਅਲ ਅੰਤਰ ਅਤੇ ਮੋਟਾਈ ਦਾ ਸੰਬੰਧ ਪ੍ਰਤੀਰੋਧ ਨਾਲ ਕਹਿ ਸਕਦੇ ਹਾਂ। ਇਸ ਲਈ ਬਿਜਲਈ ਧਾਰਾ ਕਿਸੇ ਦੋ ਬਿੰਦੂਆਂ ਵਿਚਕਾਰ ਮੌਜੂਦ ਪੋਟੈਂਸ਼ੀਅਲ ਅੰਤਰ ਦੇ ਸਿੱਧਾ ਅਨੁਪਾਤੀ ਅਤੇ ਪ੍ਰਤੀਰੋਧ ਦੇ ਉਲਟ ਅਨੁਪਾਤੀ ਹੁੰਦਾ ਹੈ। ਜ਼ਿਆਦਾ ਪੋਟੈਂਸ਼ੀਅਲ ਅੰਤਰ ਭਾਵ ਜ਼ਿਆਦਾ ਬਿਜਲਈ ਧਾਰਾ, ਜ਼ਿਆਦਾ ਪ੍ਰਤੀਰੋਧ ਭਾਵ ਘੱਟ ਬਿਜਲਈ ਧਾਰਾ। ਆਓ ਹੁਣ ਅਸੀਂ ਓਹਮ ਦੇ ਨਿਯਮ ਨੂੰ ਇੱਕ ਕਿਰਿਆ ਰਾਹੀਂ ਸਮਝੀਏ। ਇਸ ਕਿਰਿਆ ਲਈ ਸਾਨੂੰ ਨਾਈਕ੍ਰੋਮ ਦੀ ਤਾਰ, ਐਮੀਟਰ, ਵੋਲਟਮੀਟਰ, 3 1 ਤੋਂ 1.5 ਵੋਲਟ ਦੇ ਬਿਜਲਈ ਸੈੱਲ, ਚਿੱਤਰ ਵਿੱਚ ਵਿਖਾਏ ਅਨੁਸਾਰ ਸਰਕਟ ਤਿਆਰ ਕਰੋ। ਸਰਕਟ ਵਿੱਚ ਨਾਈਕ੍ਰੋਮ ਦੀ ਤਾਰ ਵਿੱਚ ਪ੍ਰਵਾਹਿਤ ਹੋਣ ਵਾਲੀ ਬਿਜਲਈ ਧਾਰਾ I ਦੇ ਲਈ ਐਮੀਟਰ ਦੀ ਪੜਤ ਅਤੇ ਤਾਰ ਦੇ ਸਿਰਿਆਂ ਵਿੱਚ ਪੋਟੈਂਸ਼ੀਅਲ ਅੰਤਰ ਲਈ ਵੋਲਟਮੀਟਰ ਦੀ ਪੜਤ ਲਵਾਂਗੇ। ਮੰਨ ਲਓ ਇੱਕ ਸੈੱਲ ਨਾਲ ਅਸੀਂ ਸਰਕਟ ਵਿੱਚ ਬਿਜਲਈ ਧਾਰਾ I1 ਅਤੇ ਪੋਟੈਂਸ਼ੀਅਲ ਅੰਤਰ V1 ਨੋਟ ਕੀਤਾ। ਹੁਣ ਸਰਕਟ ਵਿੱਚ ਦੋ ਸੈੱਲ ਜੋੜੋ ਅਤੇ ਬਿਜਲਈ ਧਾਰਾ ਅਤੇ ਪੋਟੈਂਸ਼ੀਅਲ ਅੰਤਰ ਦਾ ਮਾਨ ਗਿਆਤ ਕਰਕੇ ਸਾਰਣੀ ਵਿੱਚ ਲਿਖੋ। ਮੰਨ ਲਓ ਪੜਤਾਂ I2 ਅਤੇ V2 ਆਈਆਂ ਹਨ। ਹੁਣ ਇਸੇ ਤਰ੍ਹਾਂ 3 ਸੈੱਲ ਅਤੇ ਫਿਰ 4 ਸੈੱਲ ਵੱਖ-ਵੱਖ ਸਰਕਟ ਵਿੱਚ ਲਗਾ ਕੇ ਪੜਤਾਂ ਨੋਟ ਕਰੋ। ਤੁਸੀਂ ਨੋਟ ਕਰੋਗੇ ਜਿਵੇਂ-ਜਿਵੇਂ ਸਰਕਟ ਵਿੱਚ ਸੈੱਲਾਂ ਦੀ ਸੰਖਿਆ ਵੱਧ ਰਹੀ ਹੈ ਉਵੇਂ-ਉਵੇਂ ਸਰਕਟ ਵਿੱਚ ਬਿਜਲਈ ਧਾਰਾ ਅਤੇ ਪੋਟੈਂਸ਼ੀਅਲ ਅੰਤਰ ਦਾ ਮਾਨ ਵੀ ਵੱਧ ਰਿਹਾ ਹੈ। ਹੁਣ ਪੋਟੈਂਸ਼ੀਅਲ ਅੰਤਰ V ਅਤੇ ਬਿਜਲਈ ਧਾਰਾ I ਦੇ ਹਰ ਇੱਕ ਜੋੜੇ ਲਈ ਅਨੁਪਾਤ V/I ਦੀ ਗਣਨਾ ਕਰੋ। ਤੁਸੀਂ ਨੋਟ ਕਰੋਗੇ ਕਿ V/I ਦਾ ਅਨੁਪਾਤ ਹਰ ਜੋੜੇ ਲਈ ਲਗਭਗ ਸਮਾਨ ਹੈ।
ਇਸ ਦਾ ਗ੍ਰਾਫ ਇਸ ਤਰ੍ਹਾਂ ਹੋਵੇਗਾ। ਇਸ ਪ੍ਰਕਾਰ V/I ਇੱਕ ਨਿਸ਼ਚਿਤ ਅਨੁਪਾਤ ਹੈ। ਇਸ ਸੰਬੰਧ ਦਾ ਪਤਾ ਜਰਮਨੀ ਭੌਤਿਕ ਵਿਗਿਆਨੀ ਜਾਰਜ ਸਾਈਮਨ ਨੇ 1827 ਵਿੱਚ ਲਗਾਇਆ। ਉਹਨਾਂ ਕਿਹਾ ਕਿ ਕਿਸੇ ਧਾਤ ਦੀ ਤਾਰ ਵਿੱਚ ਪ੍ਰਵਾਹਿਤ ਹੋਣ ਵਾਲੀ ਬਿਜਲਈ ਧਾਰਾ ਉਸ ਤਾਰ ਦੇ ਸਿਰਿਆਂ ਵਿੱਚ ਦੇ ਪੋਟੈਂਸ਼ੀਅਲ ਅੰਤਰ ਦੇ ਸਿੱਧਾ ਅਨੁਪਾਤੀ ਹੁੰਦੀ ਹੈ, ਪਰੰਤੂ ਤਾਰ ਦਾ ਤਾਪਮਾਨ ਸਮਾਨ ਰਹਿਣਾ ਚਾਹੀਦਾ ਹੈ। ਇਸ ਨੂੰ ਅਸੀਂ ਓਹਮ ਦਾ ਨਿਯਮ ਕਹਿੰਦੇ ਹਾਂ। ਦੂਜੇ ਸ਼ਬਦਾਂ ਵਿੱਚ V ਸਿੱਧਾ ਅਨੁਪਾਤੀ I, V/I ਬਰਾਬਰ ਸਥਿਰ ਅੰਕ ਅਤੇ V ਬਰਾਬਰ I/R। ਸਮੀਕਰਨ ਵਿੱਚ ਕਿਸੇ ਦਿੱਤੀ ਹੋਈ ਧਾਤ ਲਈ ਦਿੱਤੇ ਗਏ ਤਾਪਮਾਨ ਉੱਤੇ R ਇੱਕ ਸਥਿਰ ਅੰਕ ਹੈ, ਜਿਸ ਨੂੰ ਤਾਰ ਦਾ ਪ੍ਰਤੀਰੋਧ ਆਖਦੇ ਹਨ। ਪ੍ਰਤੀਰੋਧ ਦੀ ਇਕਾਈ ਓਹਮ ਹੈ, ਜਿਸ ਨੂੰ ਗ੍ਰੀਕ ਭਾਸ਼ਾ ਦੇ ਅੱਖਰ ਓਹਮ ਨਾਲ ਦਰਸਾਇਆ ਜਾਂਦਾ ਹੈ। ਓਹਮ ਦੇ ਨਿਯਮ ਅਨੁਸਾਰ R ਬਰਾਬਰ V/I। ਜੇਕਰ ਕਿਸੇ ਚਾਲਕ ਦੇ ਦੋਵਾਂ ਸਿਰਿਆਂ ਦੇ ਵਿੱਚ ਪੋਟੈਂਸ਼ੀਅਲ 1 ਵੋਲਟ ਹੈ ਅਤੇ ਉਸ ਵਿੱਚੋਂ 1 ਐਂਪੀਅਰ ਬਿਜਲਈ ਧਾਰਾ ਪ੍ਰਵਾਹਿਤ ਹੁੰਦੀ ਹੈ, ਤਾਂ ਉਸ ਚਾਲਕ ਦਾ ਪ੍ਰਤੀਰੋਧ 1 ਓਹਮ ਹੈ। Resistance of a system of resistors. There are two methods of joining the resistors together in a circuit. First is in series and second is in parallel. Have a look on this circuit. It shows an electric circuit in which three resistors having resistances R1, R2, R3 are joined end to end. Here, the resistors are said to be connected in series. Another circuit shows a combination of resistors in which three resistors are connected together between 2 points. Here, the resistors are said to be connected in parallel. Let's try to understand the system of resistors connected in a circuit. Take an example of this normal circuit which has just one bulb as a resistor. Once the circuit is complete, by plugging the key, we see that the bulb glows brightly. Now, let's add another bulb in series and see what happens. By plugging the key and thus completing the circuit, we notice that the brightness of each bulb gradually decreases, and if we add another light bulb, the brightness of all the 3 bulbs reduces even more. It tells us that as we add more bulbs or resistors, the current in the circuit decreases. That is why brightness reduces. Thus, in case of resistors in series in a circuit, overall resistance in the circuit increases and the current in the circuit reduces. Now again, we set a circuit for another case in which one bulb is connected as a resistor. But before we start connecting more bulbs in parallel, we connect a test bulb in series here. The test bulb will give us an indication of how the current is changing when more bulbs are added in parallel. By plugging key, we note that the bulb glows. Now, we connect second bulb in parallel to first one. We see that the brightness of the test bulb increases due to increased flow of current. Similarly,
By adding another light bulb in parallel, brightness of test bulb goes on increasing gradually. Thus, in case of resistors in parallel, overall resistance in the circuit decreases and the current in the circuit increases. ਅਸੀਂ ਜਾਣਦੇ ਹਾਂ ਕਿ ਬੈਟਰੀ ਜਾਂ ਸੈੱਲ ਬਿਜਲਈ ਊਰਜਾ ਦੇ ਸਰੋਤ ਹਨ। ਸੈੱਲ ਦੇ ਅੰਦਰ ਹੋਣ ਵਾਲੀ ਰਸਾਇਣਿਕ ਪ੍ਰਤੀਕਿਰਿਆ ਸੈੱਲ ਦੇ ਦੋ ਟਰਮੀਨਲਾਂ ਦੇ ਵਿੱਚ ਪੋਟੈਂਸ਼ੀਅਲ ਅੰਤਰ ਉਤਪੰਨ ਕਰਦੀ ਹੈ, ਜੋ ਬੈਟਰੀ ਨਾਲ ਜੁੜੇ ਕਿਸੇ ਪ੍ਰਤੀਰੋਧਕ ਜਾਂ ਪ੍ਰਤੀਰੋਧਕਾਂ ਦੇ ਕਿਸੇ ਸਿਸਟਮ ਵਿੱਚ ਬਿਜਲਈ ਤਾਰਾ ਪ੍ਰਵਾਹਿਤ ਕਰਨ ਦੇ ਲਈ ਇਲੈਕਟ੍ਰੋਨਸ ਨੂੰ ਗਤੀਸ਼ੀਲ ਕਰਦਾ ਹੈ। ਸਰਕਟ ਵਿੱਚ ਬਿਜਲਈ ਤਾਰਾ ਬਣਾਈ ਰੱਖਣ ਲਈ ਸਰੋਤ ਨੂੰ ਆਪਣੀ ਊਰਜਾ ਖਰਚ ਕਰਦੇ ਰਹਿਣਾ ਪੈਂਦਾ ਹੈ। ਇਹ ਊਰਜਾ ਕਿੱਥੇ ਚਲੀ ਜਾਂਦੀ ਹੈ? ਬਿਜਲਈ ਤਾਰਾ ਬਣਾਈ ਰੱਖਣ ਲਈ ਸਰੋਤ ਦੀ ਊਰਜਾ ਦਾ ਕੁਝ ਭਾਗ ਉਪਯੋਗੀ ਕਾਰਜ ਕਰਨ ਵਿੱਚ ਉਪਯੋਗ ਹੋ ਜਾਂਦਾ ਹੈ। ਸਰੋਤ ਦੀ ਊਰਜਾ ਦਾ ਬਾਕੀ ਭਾਗ ਉਸ ਤਾਪ ਨੂੰ ਉਤਪੰਨ ਕਰਨ ਵਿੱਚ ਖਰਚ ਹੁੰਦਾ ਹੈ ਜੋ ਯੰਤਰਾਂ ਦੇ ਤਾਪਮਾਨ ਵਿੱਚ ਵਾਧਾ ਕਰਦਾ ਹੈ। ਇਸ ਦਾ ਪ੍ਰੇਖਣ ਅਸੀਂ ਆਪਣੇ ਦੈਨਿਕ ਜੀਵਨ ਵਿੱਚ ਕਰਦੇ ਹਾਂ। ਉਦਾਹਰਣ ਵਜੋਂ ਅਸੀਂ ਕਿਸੇ ਬਿਜਲਈ ਪੱਖੇ ਨੂੰ ਨਿਰੰਤਰ ਕਾਫੀ ਸਮੇਂ ਤੱਕ ਚਲਾਉਂਦੇ ਹਾਂ ਤਾਂ ਉਹ ਗਰਮ ਹੋ ਜਾਂਦਾ ਹੈ। ਇਸ ਦੇ ਉਲਟ ਜੇਕਰ ਬਿਜਲਈ ਸਰਕਟ ਸਿਰਫ ਪ੍ਰਤੀਰੋਧਕ ਹੈ, ਅਰਥਾਤ ਬੈਟਰੀ ਨਾਲ ਕੇਵਲ ਪ੍ਰਤੀਰੋਧਕਾਂ ਦਾ ਇੱਕ ਸਮੂਹ ਹੀ ਜੋੜਿਆ ਹੈ, ਤਾਂ ਸਰੋਤ ਦੀ ਊਰਜਾ ਨਿਰੰਤਰ ਪੂਰਨ ਰੂਪ ਵਿੱਚ ਤਾਪ ਦੇ ਰੂਪ ਵਿੱਚ ਖਪਤ ਹੁੰਦੀ ਰਹਿੰਦੀ ਹੈ। ਇਸ ਨੂੰ ਬਿਜਲਈ ਧਾਰਾ ਦਾ ਤਾਪਨ ਪ੍ਰਭਾਵ ਕਹਿੰਦੇ ਹਨ। ਇਸ ਪ੍ਰਭਾਵ ਦਾ ਉਪਯੋਗ ਬਿਜਲਈ ਹੀਟਰ, ਬਿਜਲਈ ਪ੍ਰੈਸ ਜਿਹੇ ਯੰਤਰਾਂ ਵਿੱਚ ਕੀਤਾ ਜਾਂਦਾ ਹੈ। ਪ੍ਰਤੀਰੋਧ R ਦੇ ਕਿਸੇ ਪ੍ਰਤੀਰੋਧਕ ਤੇ ਵਿਚਾਰ ਕਰੋ ਜਿਸ ਤੋਂ ਬਿਜਲਈ ਧਾਰਾ I ਪ੍ਰਵਾਹਿਤ ਹੋ ਰਹੀ ਹੈ। ਇਸ ਦੇ ਸਿਰਿਆਂ ਤੇ ਪੋਟੈਂਸ਼ੀਅਲ ਅੰਤਰ V ਹੈ। ਇਸ ਤੋਂ ਸਮੇਂ T ਵਿੱਚ Q ਚਾਰਜ ਪ੍ਰਵਾਹਿਤ ਹੁੰਦਾ ਹੈ। Q ਚਾਰਜ ਪੋਟੈਂਸ਼ੀਅਲ ਅੰਤਰ V ਤੋਂ ਪ੍ਰਵਾਹਿਤ ਹੋਣ ਵਿੱਚ ਕੀਤਾ ਗਿਆ ਚਾਰਜ VQ ਹੈ। ਇਸ ਲਈ ਸਮੇਂ T ਵਿੱਚ VQ ਊਰਜਾ ਦੀ ਆਪੂਰਤੀ ਸਰੋਤ ਨੂੰ ਕਰਨੀ ਚਾਹੀਦੀ ਹੈ। ਸਰੋਤ ਦੁਆਰਾ ਸਰਕਟ ਵਿੱਚ ਦਿੱਤੀ ਸ਼ਕਤੀ P ਬਰਾਬਰ V into Q upon T ਬਰਾਬਰ VI ਹੈ। ਅਰਥਾਤ ਸਮੇਂ T ਵਿੱਚ ਸਰੋਤ ਦੁਆਰਾ ਸਰਕਟ ਨੂੰ ਪ੍ਰਦਾਨ ਕੀਤੀ ਗਈ ਊਰਜਾ P into T ਹੈ ਜੋ VIT ਦੇ ਬਰਾਬਰ ਹੈ। ਸਰੋਤ ਦੁਆਰਾ ਖਰਚ ਕੀਤੇ ਜਾਣ ਵਾਲੀ ਇਸ ਊਰਜਾ ਦਾ ਕੀ ਹੋਵੇਗਾ? ਇਹ ਊਰਜਾ ਤਾਪ ਦੇ ਰੂਪ ਵਿੱਚ ਪ੍ਰਤੀਰੋਧਕ ਵਿੱਚ ਜਾਂ ਲੁਪਤ ਹੋ ਜਾਂਦੀ ਹੈ। ਇਸ ਪ੍ਰਕਾਰ ਕਿਸੇ ਸਥਾਈ ਧਾਰਾ I ਦੁਆਰਾ ਸਮੇਂ T ਵਿੱਚ ਉਤਪੰਨ ਤਾਪ ਦੀ ਮਾਤਰਾ H = VIT ਹੈ। ਓਹਮ ਦਾ ਨਿਯਮ ਲਾਗੂ ਕਰੀਏ ਤਾਂ H ਬਰਾਬਰ I²RT ਬਣ ਜਾਂਦਾ ਹੈ। ਇਸ ਨੂੰ ਜੂਲ ਦਾ ਤਾਪਨ ਨਿਯਮ ਕਹਿੰਦੇ ਹਨ। ਇਸ ਨਿਯਮ ਤੋਂ ਇਹ ਸਪਸ਼ਟ ਹੈ ਕਿ ਕਿਸੇ ਪ੍ਰਤੀਰੋਧਕ ਵਿੱਚ ਉਤਪੰਨ ਹੋਣ ਵਾਲਾ ਤਾਪ ਦਿੱਤੇ ਗਏ ਪ੍ਰਤੀਰੋਧਕ ਵਿੱਚ ਪ੍ਰਵਾਹਿਤ ਹੋਣ ਵਾਲੀ ਬਿਜਲਈ ਧਾਰਾ ਦੇ ਵਰਗ ਦੇ ਸਿੱਧਾ ਅਨੁਪਾਤੀ ਹੈ। ਦਿੱਤੀ ਗਈ ਬਿਜਲਈ ਧਾਰਾ ਲਈ ਪ੍ਰਤੀਰੋਧ ਦੇ ਸਿੱਧਾ ਅਨੁਪਾਤੀ ਹੈ ਅਤੇ ਉਸ ਸਮੇਂ ਦਾ ਸਿੱਧਾ ਅਨੁਪਾਤੀ ਹੁੰਦਾ ਹੈ ਜਿਸ ਦੇ ਲਈ ਦਿੱਤੇ ਹੋਏ ਪ੍ਰਤੀਰੋਧ ਵਿੱਚ ਬਿਜਲਈ ਧਾਰਾ ਪ੍ਰਵਾਹਿਤ ਹੁੰਦੀ ਹੈ। ਵਿਵਹਾਰਕ ਪ੍ਰਸਥਿਤੀਆਂ ਵਿੱਚ ਜਦੋਂ ਇੱਕ ਬਿਜਲਈ ਯੰਤਰ ਨੂੰ ਗਿਆਤ ਵੋਲਟਤਾ ਸਰੋਤ ਨਾਲ ਜੋੜਦੇ ਹਾਂ ਤਾਂ ਸੰਬੰਧ I ਬਰਾਬਰ V/R ਦੇ ਦੁਆਰਾ ਉਸ ਯੰਤਰ ਤੋਂ ਪ੍ਰਵਾਹਿਤ ਬਿਜਲਈ ਧਾਰਾ ਦੀ ਗਣਨਾ ਇਸ ਸਮੀਕਰਨ ਦੁਆਰਾ ਕੀਤੀ ਜਾਂਦੀ ਹੈ।